हाँ जी बेटा, ये अपना जिहड़ा हैगा 5 फरवरी का ਲੈਕਚਰ हैगा जिस दे विच आपां नैक्सट एक्सरसाइज स्टार्ट करते हैं जिस च आपां पढ़ांगे सोल्यूशन ऑफ सिमultaneous ऑर्डनरी डिफरेंशियल इक्वेशन। ਇਹਦੇ ਵਿੱਚ ਕੀ ਹੈ ਹੁਣ ਆਪਣੇ ਕੋਲੇ ਸਿਮultaneous ऑर्डनरी डिफरेंशियल इक्वेशनस ਦੇ ਵਿੱਚ ਆਪਾਂ ਨੂੰ ਦੋ ਇਕੁਏਸ਼ਨਸ ਗਿਵਨ ਹੈਗੀਆਂ। ਕਲੀਅਰ, ਪਹਿਲਾਂ ਆਪਾਂ ਦੂਸਰੀ ਟਾਈਪ ਦੀਆਂ ਇਕੁਏਸ਼ਨਸ ਕੀਤੀਆਂ ਸੀਗੀਆਂ। ਹੁਣ ਆਪਾਂ ਨੂੰ ਕੀ ਹੈ, ਜਦੋਂ ਇੱਦਾਂ ਦੋ ਇਕੁਏਸ਼ਨਸ डिफरेंशियल इक्वेशन ਦੀ ਵੀ ਇੱਕ ਟਾਈਪ ਹੈ ਨਾ ਬੇਟਾ ਤੁਸੀਂ ਕੀਤੀ ਹੋਈ ਹੈਗੀ, ਤਾਂ ਜਦੋਂ ਇਸ ਤਰ੍ਹਾਂ ਦੀਆਂ ਆਪਾਂ ਨੂੰ ਅਲੱਗ-ਅਲੱਗ ਵੇਰੀਏਬਲ ਜਿਵੇਂ ਐਕਸ ਵੇਰੀਏਬਲ 'ਚ ਅਤੇ ਵਾਈ ਵੇਰੀਏਬਲ 'ਚ ਆਪਾਂ ਨੂੰ ਦੋ ਇਕੁਏਸ਼ਨਸ ਗਿਵਨ ਹੈ, ਤਾਂ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਸੋਲਵ ਕਰਨਾ ਹੈ। ਕਲੀਅਰ, ਤਾਂ ਨਾਲ ਹੀ ਇਹਦੀ ਆਪਾਂ ਨੂੰ ਇਨੀਸ਼ੀਅਲ ਕੰਡੀਸ਼ਨਸ ਦਿੱਤੀਆਂ ਹੋਈਆਂ ਹੈਗੀਆਂ, ਤਾਂ ਸੋਲਵ ਇਹਨਾਂ ਨੂੰ ਆਪਾਂ ਉਸੇ ਤਰੀਕੇ ਨਾਲ ਹੀ ਕਰਾਂਗੇ, ਚਾਹੇ ਇਹ ਦੋ ਅਲੱਗ-ਅਲੱਗ ਕੁਐਸਚਨਸ ਹੈ। ਮੈਥਡ ਆਪਣਾ ਸੇਮ ਰਹੇਗਾ। ਫਸਟ ਆਪਾਂ ਕੀ ਕਰਾਂਗੇ, ਲਾਪਲੇਸ ਟਰਾਂਸਫਾਰਮ ਲਵਾਂਗੇ ਦੋਨਾਂ ਉੱਤੇ, ਟੇਕਿੰਗ ਦਾ ਲਾਪਲੇਸ ਟਰਾਂਸਫਾਰਮ ਔਨ ਬੋਥ ਸਾਈਡਸ। ਤਾਂ dx upon dt ਹੈ ਜਿਹੜਾ, ਇਹਨੂੰ ਆਪਾਂ ਉਵੇਂ ਲਿਖ ਲਵਾਂਗੇ ਜਿਵੇਂ ਫਸਟ ਐਕਸਰਸਾਈਜ਼ 'ਚ ਲਿਖਿਆ ਸੀ, sx ਬਾਰ ਮਾਈਨਸ x0, ਇੱਧਰ ਵੀ x ਬਾਰ ਬਾਈ ਬਾਰ, ਠੀਕ ਹੈ, ਕੌਨਸਟੈਂਟ ਸੇਮ ਰਹਿ ਜਾਣਗੇ। ਐਂਡ ਸੈਕਿੰਡ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਐਸ ਵਾਈ ਬਾਰ ਮਾਈਨਸ y0 ਇਜ਼ ਇਕੁਅਲ ਟੂ bx ਬਾਰ ਪਲਸ ay b। ਇਨੀਸ਼ੀਅਲ ਕੰਡੀਸ਼ਨਸ ਆਪਾਂ ਨੂੰ ਗਿਵਨ ਹੈ, ਵੈਲਿਊਜ਼ ਇੱਥੇ ਪੁੱਟ ਕਰ ਦੇਣੀ ਆਪਾਂ ਨੇ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਇਹਨਾਂ ਦੋਨੋਂ ਇਕੁਏਸ਼ਨਸ ਦੇ ਵਿੱਚ ਐਕਸ ਬਾਰ ਅਤੇ ਵਾਈ ਬਾਰ ਵਾਲੀਆਂ ਵੈਲਿਊਜ਼ ਨੂੰ ਅਲੱਗ-ਅਲੱਗ ਕਰਕੇ ਸੋਲਵ ਕਰਾਂਗੇ ਆਪਾਂ ਇਹਨਾਂ ਦੋਨੋਂ ਇਕੁਏਸ਼ਨਸ ਨੂੰ ਸੋਲਵ ਕਿਸ ਦੇ ਵਾਸਤੇ ਕਰਨਾ, ਐਕਸ ਬਾਰ ਅਤੇ ਵਾਈ ਬਾਰ ਵਾਸਤੇ। ਕਲੀਅਰ, ਉਹਦੇ ਵਾਸਤੇ ਆਪਾਂ ਨੇ ਕੀਤਾ ਜਿਵੇਂ ਕਿ ਪਹਿਲਾਂ ਆਪਾਂ ਇਹਨੂੰ ਜਿਹੜੀ ਫਸਟ ਇਕੁਏਸ਼ਨ ਹੈ ਇਹਨੂੰ ਐਸ ਮਾਈਨਸ ਏ ਨਾਲ ਅਤੇ ਸੈਕਿੰਡ ਨੂੰ ਬੀ ਨਾਲ ਮਾਈਨਸ ਬੀ ਨਾਲ ਮਲਟੀਪਲਾਈ ਕਰ ਲਿਆ, ਠੀਕ ਹੈ। ਤਾਂ ਜਦੋਂ ਆਪਾਂ ਇਹ ਕੀਤਾ ਤਾਂ ਆਪਣੇ ਕੋਲੇ ਵਾਈ ਬਾਰ ਖਤਮ ਹੋ ਗਿਆ, ਇਕੱਲੀ ਐਕਸ ਬਾਰ ਵਾਲੀ ਟਰਮਸ ਰਹਿ ਗਈ, ਤਾਂ ਆਪਣੇ ਕੋਲੇ ਐਕਸ ਬਾਰ ਦੀ ਵੈਲਿਊ ਆ ਗਈ। ਕਲੀਅਰ, ਐਕਸ ਬਾਰ ਦੀ ਵੈਲਿਊ ਆ ਗਈ, ਤਾਂ ਹੁਣ ਐਕਸ ਬਾਰ ਵਾਸਤੇ ਇਹਨੂੰ ਸੋਲਵ ਕਰਾਂਗੇ ਬਾਈ ਟੇਕਿੰਗ ਦਾ ਇਨਵਰਸ ਲਾਪਲੇਸ ਟਰਾਂਸਫਾਰਮ, ਜਿਵੇਂ ਕਿ ਆਪਾਂ ਪਹਿਲਾਂ ਵੀ ਕਰਦੇ ਹਾਂ। ਇਨਵਰਸ ਲਾਪਲੇਸ ਲੈ ਲਓ, ਲੈਫਟ ਹੈਂਡ ਸਾਈਡ 'ਤੇ ਐਕਸ ਬਣ ਜਾਏਗਾ, ਰਾਈਟ ਹੈਂਡ ਸਾਈਡ 'ਤੇ ਬੇਟਾ a ਇੰਟੂ ਐਸ ਮਾਈਨਸ ਏ, ਠੀਕ ਹੈ। ਇਹ ਆਪਣੇ ਕੋਲ ਹੁੰਦਾ ਹੈਗਾ ਇਨਵਰਸ ਲਾਪਲੇਸ ਦਾ ਜਿਹੜਾ ਫਾਰਮੂਲਾ ਅਪਲਾਈ ਹੋਏਗਾ ਇੱਥੇ, e ਦੀ at, ਠੀਕ ਹੈ, e ਦੀ at ਬਣ ਜਾਏਗਾ। ਇਨਵਰਸ ਲਾਪਲੇਸ ਦੇ ਵਿੱਚ ਇੱਦਾਂ ਹੁੰਦਾ ਹੈਗਾ, e ਦੀ at ਬਾਹਰ ਲਿਖ ਲਿਆ, ਐਸ ਮਾਈਨਸ ਏ ਸੀਗਾ ਨਾ ਇੱਥੇ, ਇਸ ਕਰਕੇ ਇਹਨੂੰ e ਦੀ at 'ਚ ਕਨਵਰਟ ਕਰਕੇ ਇਕੱਲਾ ਐਸ ਰਹਿ ਜਾਏਗਾ ਅੰਦਰ, as ਪਲਸ ਬੀ ਸਕੇਅਰ ਅਪੋਨ ਐਸ ਸਕੇਅਰ ਮਾਈਨਸ ਬੀ ਸਕੇਅਰ। ਇਹਨੂੰ ਜਦੋਂ ਆਪਾਂ ਅੱਡ ਕੀਤਾ ਗਾ, ਕਲੀਅਰ, ਤਾਂ ਆਪਣੇ ਕੋਲ ਕੀ ਆ ਗਿਆ, ਐਸ ਅਪੋਨ ਐਸ ਸਕੇਅਰ ਮਾਈਨਸ ਬੀ ਸਕੇਅਰ, ਇਹ ਕੌਨਸਟੈਂਟ ਸੀ ਬਾਹਰ ਲਿਖ ਲਿਆ, ਪਲਸ ਬੀ ਸਕੇਅਰ ਨਹੀਂ ਚਾਹੀਦਾ ਆਪਾਂ ਨੂੰ, ਇਕੱਲਾ ਬੀ ਚਾਹੀਦਾ ਹੈ, ਤਾਂ ਬੀ ਬਾਹਰ, ਐਲ ਇਨਵਰਸ ਬੀ ਅਪੋਨ ਐਸ ਸਕੇਅਰ ਮਾਈਨਸ ਬੀ ਸਕੇਅਰ। ਇਹ ਆਪਣੇ ਫਾਰਮੂਲਾਜ਼ ਹੁੰਦੇ ਆ ਕੋਸ਼ ਬੀ ਟੀ ਅਤੇ ਸਾਈਨ ਬੀ ਟੀ ਦੇ। ਕਲੀਅਰ, ਇਹ ਫਾਰਮੂਲਾਜ਼ ਲਿਖ ਲਏ, ਇਹਦੀ ਏਟੀ ਬਾਹਰ ਹੀ, ਇਹ ਆਪਣੇ ਕੋਲ ਐਕਸ ਦੀ ਵੈਲਿਊ ਆ ਗਈ। ਕਲੀਅਰ, ਸੇਮ ਇਸੇ ਤਰੀਕੇ ਨਾਲ ਆਪਾਂ ਵਾਈ ਦੀ ਵੈਲਿਊ, ਪਹਿਲਾਂ ਇੱਥੋਂ ਆਪਾਂ ਇਹਨਾਂ ਦੋਨੋਂ ਇਕੁਏਸ਼ਨਸ ਨੂੰ ਸੋਲਵ ਕਰਾਂਗੇ, ਐਕਸ ਬਾਰ ਨੂੰ ਖ਼ਤਮ ਕਰ ਦਾਂਗੇ, ਠੀਕ ਹੈ। ਥਰਡ ਇਕੁਏਸ਼ਨ ਨੂੰ ਬੀ ਨਾਲ ਅਤੇ ਫੋਰਥ ਨੂੰ ਐਸ ਮਾਈਨਸ ਏ ਨਾਲ ਮਲਟੀਪਲਾਈ ਕਰਕੇ ਐਕਸ ਬਾਰ ਖ਼ਤਮ ਹੋ ਜਾਏਗਾ ਅਤੇ ਵਾਈ ਬਾਰ ਦੀਆਂ ਵੈਲਿਊਜ਼ ਰਹਿ ਜਾਣਗੀਆਂ ਆਪਣੇ ਕੋਲ। ਵਾਈ ਬਾਰ ਦੀ ਵੈਲਿਊਜ਼ ਆ ਗਿਆ, ਉਸ ਤੋਂ ਬਾਅਦ ਇਨਵਰਸ ਲਾਪਲੇਸ ਟਰਾਂਸਫਾਰਮ ਲੈ ਲਾਂਗੇ ਉਸੇ ਤਰੀਕੇ ਨਾਲ, ਈ ਦੀ ਏਟੀ ਬਾਹਰ ਆ ਜਾਏਗਾ ਆਪਣੇ ਕੋਲ, ਐਸ ਮਾਈਨਸ ਏ ਕਰਕੇ ਅਲੱਗ-ਅਲੱਗ ਕਰਕੇ ਉਵੇਂ ਹੀ ਆਪਾਂ ਨੇ ਸੋਲਵ ਕਰ ਲੈਣਾ ਹੈ। ਕਲੀਅਰ ਬੇਟਾ, ਸਾਰੀਆਂ ਐਗਜ਼ਾਮਪਲਸ ਆਪਾਂ ਨੇ ਇਸੇ ਤਰੀਕੇ ਨਾਲ ਹੀ ਕਰਨੀ ਹੈਗੀਆਂ। ਦੋ ਇਕੁਏਸ਼ਨਸ ਆਪਾਂ ਨੂੰ ਗਿਵਨ ਹੈਗੀਆਂ, ਇਨੀਸ਼ੀਅਲ ਕੰਡੀਸ਼ਨਸ ਗਿਵਨ ਹੈ। ਪਹਿਲਾਂ ਤੁਸੀਂ ਕਰਨਾ ਲਾਪਲੇਸ ਟਰਾਂਸਫਾਰਮ ਲੈਣੀ ਹੈ, ਦੋਨਾਂ ਦੇ ਉੱਤੇ ਲੈਣੀ ਹੈਗੀ, ਠੀਕ ਹੈ। ਜਿਵੇਂ ਕਿ dx ਅਪੋਨ dt ਸੀਗਾ, ਇਹਨੂੰ ਮਾਈਨਸ ਨਾਲ ਕਰਕੇ ਬਾਹਰ ਕੱਢ ਲਿਆ ਆਪਾਂ ਨੇ, ਲਾਪਲੇਸ ਟਰਾਂਸਫਾਰਮ ਲੈ ਲਈ, ਵੈਲਿਊਜ਼ ਪੁੱਟ ਕਰਦੇ ਹਾਂ dx ਅਪੋਨ dt ਅਤੇ dy ਅਪੋਨ dt ਦੀਆਂ। ਕਲੀਅਰ, ਉਸ ਤੋਂ ਬਾਅਦ ਇਨੀਸ਼ੀਅਲ ਕੰਡੀਸ਼ਨਸ ਆਪਾਂ ਨੂੰ ਜਿਹੜੀਆਂ ਗਿਵਨ x0 ਅਤੇ y0 ਦੀਆਂ ਵੈਲਿਊਜ਼ ਪੁੱਟ ਕਰ ਦਿੱਤੀਆਂ, ਆਪਣੇ ਕੋਲ ਇਕੁਏਸ਼ਨਸ ਬਣ ਗਿਆ। ਜੋ ਇਕੁਏਸ਼ਨਸ ਉਦੋਂ ਬਾਅਦ ਬਣ ਗਿਆ ਉਸ 'ਚ ਐਕਸ ਬਾਰ ਅਤੇ ਵਾਈ ਬਾਰ ਜਿਹੜਾ ਉਹਨੂੰ ਇਕੱਠਾ ਕਰ ਲੈਣਾ ਹੈਗਾ। ਕਲੀਅਰ, ਐਕਸ ਬਾਰ ਅਤੇ ਵਾਈ ਬਾਰ ਦੀਆਂ ਵੈਲਿਊਜ਼ ਨੂੰ ਇਕੱਠਾ ਕਰਕੇ ਤੁਹਾਡੇ ਕੋਲ ਦੋ ਇਕੁਏਸ਼ਨਸ ਬਣ ਜਾਣਗੀਆਂ, ਥਰਡ ਅਤੇ ਫੋਰਥ। ਇਹਨਾਂ ਨੂੰ ਆਪਾਂ ਸੋਲਵ ਕਰਾਂਗੇ ਐਕਸ ਬਾਰ ਅਤੇ ਵਾਈ ਬਾਰ ਵਾਸਤੇ। ਪਹਿਲਾਂ ਇੱਕ ਵਾਰੀ ਤੁਸੀਂ
वाई बार खत्म कर दो, एक्स बार की वैल्यू आ जाएगी तुहाडे कोले, फिर एक्स बार खत्म कर दो, वाई बार की वैल्यू क्लियर। एक्स बार की वैल्यू आएगी तुहाडे कोले क्लियर। एक्स बार की आ वाली वैल्यू आ गई। देखो आ वाली इक्वेशन की है तुहाडे कोले, ये पार्शियल इक्वेशन बन रही हैगी, ठीक है। फैक्टर्स बन गए, इनू एज ए पार्शियल डिफरेंशियल इक्वेशन जिमें आप सोल्व करते हैं पहला उस तरह आप इनू अलग अलग कर लवांगे। उस तो बाद इनवर्स लाप्लेस तुसी अप्लाई करोगे, उस तो बाद सिंपल ही रह जाएगा तुहाडा फार्मूला अप्लाई करके एक्स की वैल्यू आ जाएगी। थर्ड पार्ट दे विच भी इस तरीके वाई बार वास्ते इक्वेशन नू सॉल्व कर लिया आपने, ठीक है। वाई बार की वैल्यू अपने को आ जाएगी, वाई बार की वैल्यूज़ आ गई अपने को, फिर डिफरेंशियल इक्वेशन बन गई, इनू आपने सॉल्व कर लिता है, अपने को आंसर आ जाएगा क्लीयर। एक्स से वाई दी वैल्यूज़ अपन करनी है, सेम तरीका फॉलो करना बेटा, कोई चेंज नहीं हैगा, सेम ये भी इस तरीके ही है। इनू क्योंकि इतने डी लिखा हुआ है थोड़ी कन्फ्यूजन हो जाती है कि की है, इनू आप सिंपल फॉर्म च लिख लेंगे डी एक्स अपॉन डी टी, डी स्केयर का मतलब 2 बारी डेरीवेटिव है, डी स्केयर एक्स अपॉन डी टी स्केयर, डी स्केयर वाई अपॉन डी टी स्केयर, ठीक है। तो लाप्लेस ट्रांसफॉर्म ले लेनी है, फार्मूलाज अप्लाई करते एस स्केयर एक्स बार माइनस एस एक्स, फर्स्ट एक्सरसाइज जो फार्मूलाज किए आपने वो फार्मूलाज अप्लाई करते, ठीक है। उस बार इनिशियल कंडीशन पुट कर दो, इनिशियल कंडीशनस नू तुसी की करना पुट कर देने है, तो अपने को उस बार एक्स बार तो वाई बार वास्ते इक्वेशनस नू सॉल्व कर लेना दोनों नू क्लीयर। सेम है बेटा, ईजी है, कुछ भी नहीं हैगा दसन ली। एक्स बार क्योंकि ईजिली तुसी इस चीज़ को कर सकते होगे, एक्स बार की वैल्यू आ गई, पार्शियल डिफरेंशियल इक्वेशन जिमें सॉल्व करते उस तरह इनू सॉल्व कर लेना है, इनवर्स लाप्लेस तुसी अप्लाई कर देना है, आंसर आ जाएगा एक्स। सिमिलरली वाई वास्ते भी इसी तरीके आप नहीं करना है। देखो एक चीज़ का ध्यान रखना है, ये देखो एस की है मल्टीपल दे विच सिंगल एस आया अपने को 1 अपॉन एस, जो एस इस तरह मल्टीपल दे विच आ जाए इक्वेशन दे, देखो इनू तो तुसी पार्शियल डिफरेंशियल की तरह सॉल्व कर लोगे, अपने को आ वाला रिजल्ट आ जाएगा क्लीयर। तो आ जो 1 अपॉन एस मल्टीपल दे विच है, इनू सॉल्व करने वास्ते तुसी की करना होंदा है, इंटीग्रल लेना होंदा है, इंटीग्रल लोगे 0 to t, ठीक है, डी टी क्लीयर। तो यदी जी वैल्यू होंगी है वो लाप्लेस च की होंगी है अपने को 1/3 का कॉन्सटेंट एज इट इज रहेगा, 1 अपॉन एस स्केयर प्लस 1 यदी वैल्यू होंगी साइन टी, यदी वैल्यू होंगी साइन 2t, ये वैल्यू इतने पुट करके इंटीग्रल। ये स्टैप तुसी इंटीग्रल वाला कदों लेना जो इतने 1 अपॉन एस मल्टीपल होंगे, जे एस स्केयर होंदा तो 2 बारी इंटीग्रल लेंदे, जे एक बारी एस है तो एक बारी इंटीग्रल लवांगे आप क्लीयर। उस तो बाद तुसी इंटीग्रल लैके इनू सॉल्व कर लेना है, लिमिट्स पुट कर देने तो को आंसर आ जाएगा। बाकी सारे सम बेटा इस तरीके है, जे किसी सम च कोई डाउट हो तो बेटा तुसी पूछ सकते हो, अपने नाल दे नाल तैयारी करते रहो बेटा। इस दे नाल जिहड़ा है अपना 4th एक्सरसाइज 4th सी एक्सरसाइज इस तरीके सॉल्व करनी हैगी, तो 4th चैप्टर भी इस दे नाल अपना खत्म हो जाता बेटा। अपना मैथमैटिकल मैथड्स बहुत स्कोरिंग है, ईजी है, इनू अपनी नाल दे नाल तैयारी करते रहो ताकि तुहानू गां जाके प्रॉब्लम ना आए, क्योंकि तुहाडे पेपर है जिहड़े वो ऑफलाइन पेपर्स होने हैं, ऑफलाइन पेपर्स के हिसाब नाल ही तुसी अपनी तैयारी होने तो करनी शुरू कर दो। नैक्सट 5th लैक्चर आप अगले लैक्चर च स्टार्ट करते हैं बेटा। थैंक यू।